ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਬਾਈਡਨ ਟਰੂਡੋ ਨੇ ਆਰਥਿਕ ਸਹਿਯੋਗ ਵਧਾਉਣ ਦੇ ਮੁੱਦਿਆਂ ਤੇ ਕੀਤੀ ਚਰਚਾ। 30 ਤੋਂ 70 ਹਜ਼ਾਰ ਡਾਲਰ ਦੇ ਕੇ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਭਾਰਤੀ। ਕੈਨੇਡਾ ਦੇ ਹਵਾਈ ਅੱਡਿਆਂ ਤੇ ਭੀੜ ਭੜੱਕਾ ਅਗਸਤ ਤੱਕ ਰਹੇਗਾ ਜਾਰੀ। ਪੰਜਾਬ ਤੋਂ ਦਿੱਲੀ 에ਅਰਪੋਰਟ ਲਈ 15 ਜੂਨ ਤੋਂ ਚੱਲਣਗੀਆਂ ਰੋਡਵੇਜ਼ ਤੇ PRTC ਦੀਆਂ 19 ਵੋਲਵੋ। ਅਮਰੀਕੀ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 4 ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਹਾਲ ਹੀ ਵਿੱਚ ਲਾਸ ਏਂਜਲਸ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਬੈਠਕ ਹੋਈ, ਜਿਸ ਵਿੱਚ ਉਹਨਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਆਰਥਿਕਤਾ ਅਤੇ ਸਪਲਾਈ ਨੂੰ ਵਧੇਰੇ ਲਚਕੀਲਾ ਬਣਾਉਣ ਅਤੇ ਮਹੱਤਵਪੂਰਨ ਖਣਿਜਾਂ ਦੇ ਸੰਭਾਵੀ ਵਿਕਾਸ ਬਾਰੇ ਚਰਚਾ ਕੀਤੀ। ਵਾਈਟ ਹਾਊਸ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਵੀਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਨ੍ਹਾਂ ਸਿਆਸਤਦਾਨਾਂ ਨੇ ਦੋਵਾਂ ਦੇਸ਼ਾਂ ਵਿੱਚ ਮੌਜੂਦਾ ਮਹੱਤਵਪੂਰਨ ਖਣਿਜ ਪਦਾਰਥਾਂ ਦੇ ਸੰਭਾਵਿਤ ਵਿਕਾਸ ਅਤੇ ਬਾਹਰੀ ਝਟਕਿਆਂ ਨਾਲ ਨਜਿੱਠਣ ਲਈ US ਕੈਨੇਡੀਅਨ ਸਪਲਾਈ ਚੇਨ ਵਰਕਿੰਗ ਗਰੁੱਪ ਦੁਆਰਾ ਅਰਥ ਵਿਵਸਥਾ ਅਤੇ ਸਪਲਾਈ ਚੇਨ ਨੂੰ ਵਧੇਰੇ ਲਚਕੀਲਾ ਬਣਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਲਾਸ ਏਂਜਲਸ ਵਿੱਚ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਮਹਾਦੀਪਾਂ ਦੇ ਦੇਸ਼ਾਂ ਦਾ 9ਵਾਂ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਸੰਮੇਲਨ ਵਿੱਚ ਦਾਖਲ ਹੋਏ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਦਾ ਏਜੰਡਾ ਆਰਥਿਕ ਵਿਕਾਸ ਵਿੱਚ ਖੇਤਰੀ ਸਹਿਯੋਗ, ਕਰੋਨਾ ਮਹਾਮਾਰੀ, ਭੋਜਨ ਦੀ ਅਸੁਰੱਖਿਆ ਵਰਗੇ ਮੁੱਦਿਆਂ ਦੀ ਸਮੀਖਿਆ ਕਰਨਾ ਹੈ। ਅਮਰੀਕਾ ਨੇ ਇੱਕ ਵੱਡੇ ਮਨੁੱਖੀ ਤਸਕਰੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਰਾਹੀਂ 30 ਤੋਂ 70 ਹਜ਼ਾਰ ਡਾਲਰ ਲੈ ਕੇ ਭਾਰਤੀਆਂ ਨੂੰ ਅਮਰੀਕੀ ਸਰਹੱਦ ਟਪਾਈ ਜਾ ਰਹੀ ਸੀ। ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਲਈ ਉਬਰ ਦੀ ਵਰਤੋਂ ਕੀਤੀ ਜਾ ਰਹੀ ਸੀ। ਕੀ ਹੈ ਪੂਰਾ ਮਾਮਲਾ, ਤੁਹਾਨੂੰ ਦੱਸਦੇ ਹਾਂ। ਦਰਅਸਲ ਅਮਰੀਕਾ ਨੇ ਬੀਤੇ ਦਿਨੀ ਭਾਰਤੀ ਮੂਲ ਦੇ ਅਮਰੀਕੀ ਰਜਿੰਦਰਪਾਲ ਸਿੰਘ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਕੈਲੀਫੋਰਨੀਆ ਦੇ ਵਾਸੀ ਇਸ ਸ਼ਖਸ ਦੀ ਗ੍ਰਿਫਤਾਰੀ ਮਗਰੋਂ ਖੁਲਾਸਾ ਹੋਇਆ ਕਿ ਮਨੁੱਖੀ ਤਸਕਰਾਂ ਵੱਲੋਂ ਪ੍ਰਤੀ ਵਿਅਕਤੀ 30 ਤੋਂ 70 ਹਜ਼ਾਰ ਡਾਲਰ ਲੈ ਕੇ ਏਸ਼ੀਆ, ਖਾਸ ਤੌਰ ਤੇ ਭਾਰਤ ਤੋਂ ਆ ਰਹੇ ਪ੍ਰਵਾਸੀਆਂ ਨੂੰ ਨਾਜਾਇਜ਼ ਢੰਗ ਨਾਲ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਜਾ ਰਹੀ ਹੈ। ਕੈਨੇਡਾ ਦੇ ਹਵਾਈ ਅੱਡਿਆਂ ਤੇ ਭੀੜ ਭੜੱਕਾ ਅਗਸਤ ਮਹੀਨੇ ਤੋਂ ਪਹਿਲਾਂ ਖਤਮ ਹੁੰਦਾ ਮਹਿਸੂਸ ਨਹੀਂ ਹੋ ਰਿਹਾ ਹੈ ਅਤੇ ਆਉਣ ਜਾਣ ਵਾਲੇ ਮੁਸਾਫਰ ਆਮ ਨਾਲੋਂ 4 ਗੁਣਾ ਵੱਧ ਸਮਾਂ ਖਰਚ ਕਰਨ ਲਈ ਮਜਬੂਰ ਨੇ। ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਦਾ ਕਹਿਣਾ ਹੈ ਕਿ ਲੰਬੀਆਂ ਕਤਾਰਾਂ ਘਟਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ, ਪਰ ਏਅਰ ਕੈਨੇਡਾ ਦੇ ਇੱਕ ਸਾਬਕਾ ਕਾਰਜਕਾਰੀ ਅਫਸਰ ਡੰਕਨ ਡੀ ਦਾ ਮੰਨਣਾ ਹੈ ਕਿ ਲੇਬਰ ਡੇ ਤੋਂ ਪਹਿਲਾਂ ਹਵਾਈ ਮੁਸਾਫਰਾਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਜੂਨ ਦੇ ਅੰਤ ਤੱਕ 400 ਨਵੇਂ ਸਕਰੀਨਿੰਗ ਅਫਸਰਾਂ ਦੀ ਤੈਨਾਤੀ ਬਾਰੇ ਡੰਕਨ ਡੀ ਨੇ ਆਖਿਆ ਕਿ ਇਸ ਨਾਲ ਬਹੁਤ ਫਰਕ ਨਹੀਂ ਪੈਣਾ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਜਲਦ ਹੀ ਰੋਡਵੇਜ਼ ਅਤੇ PRTC ਦੀਆਂ ਬੱਸਾਂ ਰਾਹੀਂ ਸਿੱਧੀ ਯਾਤਰਾ ਕਰਨ ਲਈ ਰਾਹਤ ਦੇਣ ਜਾ ਰਹੀ ਹੈ। 15 ਜੂਨ ਤੋਂ ਪੰਜਾਬ ਰੋਡਵੇਜ਼ ਅਤੇ ਪਾਪਤੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਰੋਜ਼ਾਨਾ 19 ਵੋਲਵੋ ਬੱਸਾਂ ਹਵਾਈ ਅੱਡੇ ਲਈ ਚਲਾਉਣਗੀਆਂ। ਇਸ ਤਹਿਤ ਜਲੰਧਰ ਤੋਂ ਰੋਜ਼ਾਨਾ 6 ਬੱਸਾਂ, ਚੰਡੀਗੜ੍ਹ ਤੋਂ 4, ਅੰਮ੍ਰਿਤਸਰ ਤੋਂ 3, ਪਟਿਆਲਾ ਤੋਂ 2 ਅਤੇ ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਇੱਕ ਬੱਸ ਹਵਾਈ ਅੱਡੇ ਲਈ ਜਾਏਗੀ। ਜਲੰਧਰ ਤੋਂ ਹਵਾਈ ਅੱਡੇ ਤੱਕ ਪ੍ਰਤੀ ਯਾਤਰੀ 1170 ਰੁਪਏ ਲਏ ਜਾਣਗੇ ਅਤੇ ਇਹ ਬੱਸਾਂ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਤੇ ਪਹੁੰਚ ਜਾਣਗੀਆਂ। ਇਸ ਦੇ ਨਾਲ ਹੀ ਨਿੱਜੀ ਆਪਰੇਟਰਾਂ ਵੱਲੋਂ ਹਵਾਈ ਅੱਡੇ ਤੱਕ 2500 ਰੁਪਏ ਪ੍ਰਤੀ ਯਾਤਰੀ ਵਸੂਲੇ ਜਾਂਦੇ ਸੀ ਅਤੇ ਬੱਸਾਂ 10 ਤੋਂ 12 ਘੰਟਿਆਂ ਵਿੱਚ ਹਵਾਈ ਅੱਡੇ ਤੇ ਪਹੁੰਚ ਜਾਂਦੀਆਂ ਨੇ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜੂਨ ਨੂੰ ਬਾਅਦ ਦੁਪਹਿਰ 1:15 ਦੇ ਕਰੀਬ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਦਿੱਲੀ 에ਅਰਪੋਰਟ ਲਈ ਪਹਿਲੀ ਵੋਲਵੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 4 ਜਲ ਸੈਨਿਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਲਾਪਤਾ ਹੈ। ਫੌਜ ਦੇ ਇੱਕ ਅਧਿਕਾਰੀ ਨੇ ਹਾਦਸੇ ਦੇ ਇੱਕ ਦਿਨ ਬਾਅਦ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। MB-22 ਓਸਪਰੇ ਜਹਾਜ਼ ਨੇ 5 ਜਲ ਸੈਨਿਕਾਂ ਨਾਲ ਬੁੱਧਵਾਰ ਨੂੰ ਗਲੇਮਸ ਨੇੜੇ ਇੰਪੀਰੀਅਲ ਕਾਉਂਟੀ ਦੇ ਇੱਕ ਖੇਤਰ ਤੋਂ ਉਡਾਣ ਭਰੀ ਸੀ। ਸੈਨ ਡਿਏਗੋ ਤੇ ਗਲੇਮਸ 185 ਕਿਲੋਮੀਟਰ ਦੂਰ ਹੈ। ਮੇਜਰ ਮੇਸਨ ਇੰਗਲਾਹਟ ਨੇ
ਬੁੱਧਵਾਰ ਨੂੰ ਦੱਸਿਆ ਕਿ ਜਹਾਜ਼ ਸੈਨ ਡਿਏਗੋ ਵਿੱਚ ਮਰੀਨ ਕੋਰ 에ਅਰ ਸਟੇਸ਼ਨ ਮਿਰਾਮਰ ਦਾ ਸੀ। MB-22 ਵੀ ਬੁੱਧਹੋਰੇ ਇੰਜਣ ਵਾਲੇ ਜਹਾਜ਼ ਹੈ ਜੋ ਇੱਕ ਹੈਲੀਕਾਪਟਰ ਦੀ ਤਰ੍ਹਾਂ ਟੇਕ ਆਫ ਕਰ ਸਕਦਾ ਹੈ ਅਤੇ ਲੈਂਡ ਕਰ ਸਕਦਾ ਹੈ। ਮਰੀਨ ਕੋਰ ਨੇਵੀ ਅਤੇ ਹਵਾਈ ਫੌਜ ਇਸ ਤਰ੍ਹਾਂ ਦੇ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ। ਅਮਰੀਕਾ ਦੀ ਸੰਸਦ ਨੇ ਬਫੈਲੋ, ਨਿਊਯਾਰਕ ਅਤੇ ਵਾਲਡੇ, ਟੈਕਸਾਸ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੇ ਜਵਾਬ ਵਿੱਚ ਬੁੱਧਵਾਰ ਨੂੰ ਇੱਕ ਵਿਆਪਕ ਬੰਦੂਕ ਨਿਯੰਤਰਣ ਬਿੱਲ ਪਾਸ ਕਰ ਦਿੱਤਾ। ਇਸ ਬਿੱਲ ਵਿੱਚ ਅਰਧ ਆਟੋਮੈਟਿਕ ਰਾਈਫਲਾਂ ਦੀ ਖਰੀਦ ਲਈ ਉਮਰ ਸੀਮਾ ਵਧਾਉਣ ਅਤੇ 15 ਤੋਂ ਵੱਧ ਗੋਲੀਆਂ ਦੀ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੀਆਂ ਸੰਭਾਵਨਾਵਾਂ ਲਗਭਗ ਨਾਮੁਮਕਿਨ ਨੇ ਕਿਉਂਕਿ ਸੈਨੇਟ ਦਾ ਧਿਆਨ ਮਾਨਸਿਕ ਸਿਹਤ ਪ੍ਰੋਗਰਾਮ ਨੂੰ ਬਿਹਤਰ ਬਣਾਉਣ, ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪਿਛੋਕੜ ਦੀ ਜਾਂਚ ਨੂੰ ਵਧਾਉਣ ਤੇ ਹੈ। ਪਰ ਹਾਊਸ ਬਿੱਲ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੂੰ ਨਵੰਬਰ ਵਿੱਚ ਵੋਟਰਾਂ ਲਈ ਇੱਕ ਨੀਤੀ ਦਾ ਖਰੜਾ ਤਿਆਰ ਕਰਨ ਦਾ ਮੌਕਾ ਦੇਵੇਗਾ ਜਿੱਥੇ ਉਹ ਆਪਣੀਆਂ ਨੀਤੀਆਂ ਪੇਸ਼ ਕਰ ਸਕਦੇ ਨੇ। ਸਦਨ ਦੀ ਇੱਕ ਕਮੇਟੀ ਵਿੱਚ ਹਾਲ ਹੀ ਵਿੱਚ ਗੋਲੀਬਾਰੀ ਦੇ ਪੀੜਤਾਂ ਤੇ ਪਰਿਵਾਰਕ ਮੈਂਬਰਾਂ ਦੀ ਦਿਲ ਦਹਿਲਾਉਣ ਵਾਲੀ ਗਵਾਹੀ ਤੋਂ ਬਾਅਦ ਬਿੱਲ ਪਾਸ ਕੀਤਾ ਗਿਆ ਹੈ। ਗਵਾਹਾਂ ਵਿੱਚ ਇੱਕ 11 ਸਾਲਾਂ ਦੀ ਕੁੜੀ ਮੀਆ ਸ਼ਾਮਲ ਸੀ ਜਿਸਨੇ ਗੋਲੀ ਲੱਗਣ ਤੋਂ ਬਚਣ ਲਈ ਉਵਾਲਡੇ ਦੇ ਐਲੀਮੈਂਟਰੀ ਸਕੂਲ ਵਿੱਚ ਆਪਣੇ ਮਰੇ ਹੋਏ ਸਹਿਪਾਠੀ ਦਾ ਖੂਨ ਸਰੀਰ ਤੇ ਲਗਾ ਲਿਆ ਸੀ। ਸਦਨ ਦੀ ਨੇਤਾ ਨੈਂਸੀ ਪੈਲੋਸੀ ਨੇ ਕਿਹਾ ਕਿ ਇਹ ਘਿਨਾਉਣਾ ਹੈ ਕਿ ਸਾਡੇ ਬੱਚਿਆਂ ਨੂੰ ਲਗਾਤਾਰ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ। ਹਾਲੇ ਇਹ ਸਪਸ਼ਟ ਨਹੀਂ ਹੈ ਕਿ ਬਿੱਲ ਸੈਨੇਟ ਵਿੱਚ ਜਾਵੇਗਾ ਜਾਂ ਨਹੀਂ। ਰਿਪਬਲਿਕਨ ਆਪਣੇ ਵਿਰੋਧ ਤੇ ਅੜੇ ਨੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਪਿਆਰੇ ਨੇ ਸਦਨ ਦੇ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤਾ ਕਿ ਅਸੀਂ ਜਾਨਾਂ ਬਚਾਉਣ ਅਤੇ ਪਰਿਵਾਰਾਂ ਲਈ ਏਕਤਾ ਜ਼ਾਹਿਰ ਕਰਨ ਲਈ ਦੋਵਾਂ ਧਿਰਾਂ ਨਾਲ ਸਖਤ ਮਿਹਨਤ ਕਰਨਾ ਜਾਰੀ ਰੱਖਾਂਗੇ। ਅਮਰੀਕੀ ਜਾਂਚ ਏਜੰਸੀ ਨੇ ਖਾੜੀ ਦੇਸ਼ਾਂ ਲਈ ਗੈਰ ਕਾਨੂੰਨੀ ਤਰੀਕੇ ਨਾਲ ਲੌਬਿੰਗ ਮੁਹਿੰਮ ਚਲਾਉਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸੰਬੰਧ ਵਿੱਚ ਦੋਸ਼ੀ ਸੇਵਾ ਮੁਕਤ ਜਰਨਲ ਦੀ ਅਪਰਾਧ ਵਿੱਚ ਸ਼ਮੂਲੀਅਤ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਨੇ। ਅਧਿਕਾਰੀ ਦੀ ਵਰਤੋਂ ਕਰ ਝੂਠਾ ਬਿਆਨ ਦੇਣ ਦਾ ਵੀ ਦੋਸ਼ ਹੈ। ਸੰਘੀ ਅਦਾਲਤ ਵਿੱਚ ਜਮ੍ਹਾਂ ਦਸਤਾਵੇਜ਼ ਮੁਤਾਬਕ ਸਾਬਕਾ ਮਰੀਨ ਜਨਰਲ ਜੌਨ ਆਰ ਐਲਨ ਦੇ ਖਿਲਾਫ ਸੰਭਾਵੀ ਤੌਰ ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ। ਇਹ ਦਸਤਾਵੇਜ਼ ਮੰਗਲਵਾਰ ਨੂੰ ਜਨਤਕ ਕੀਤੇ ਗਏ। ਵਰਣਨਯੋਗ ਹੈ ਕਿ 2017 ਦੇ ਸਾਲ ਵਿੱਚ ਪ੍ਰਭਾਵਸ਼ਾਲੀ ਬਰੁਕਲਿਨ ਇੰਸਟੀਚਿਊਟ ਦੇ ਟੈਪ ਲੀਕ ਹੋਣ ਤੋਂ ਪਹਿਲਾਂ ਐਲਨ ਅਫਗਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਫੌਜ ਦੀ ਅਗਵਾਈ ਕਰ ਰਹੇ ਸਨ। ਇਸ ਜਾਂਚ ਦੇ ਅਨੁਸਾਰ ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਜੀ ਔਲਸਨ ਨੂੰ ਲਾਲਚ ਦਿੱਤਾ ਗਿਆ ਜਿਨ੍ਹਾਂ ਨੂੰ ਪਿਛਲੇ ਹਫ਼ਤੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ। ਇਸ ਦੇ ਨਾਲ ਹੀ ਸਿਆਸੀਦਾਨੀ ਇਮਾਦ ਜ਼ੁਬੈਰੀ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਂਚ ਵਜੋਂ ਕਾਂਗਰਸ ਦੇ ਕਈ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਅਦਾਲਤ ਦੇ ਦਸਤਾਵੇਜ਼ ਅਨੁਸਾਰ ਐਲਨ ਪਰਦੇ ਦੇ ਪਿੱਛੇ ਤੋਂ ਸਾਲ 2017 ਵਿੱਚ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਮਦਦ ਕਰ ਰਹੇ ਸਨ। ਉਦੋਂ ਕਤਰ ਦੇ ਸ਼ਾਹੀ ਪਰਿਵਾਰ ਅਤੇ ਖਾੜੀ ਦੇ 2 ਹੋਰ ਦੇਸ਼ਾਂ ਵਿਚਕਾਰ ਕੂਟਨੀਤਿਕ ਸੰਕਟ ਪੈਦਾ ਹੋ ਗਿਆ ਸੀ। FBI ਦੇ ਏਜੰਟ ਅਦੀਬ ਨੇ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਜਾਰੀ ਕੀਤੇ ਗਏ ਸਰਚ ਵਾਰੰਟ ਤੇ ਲਿਖਿਆ ਇਹਨਾਂ ਨਿਯਮਾਂ ਦੀ ਜਾਣਬੁੱਝ ਉਲੰਘਣਾ ਕਰਨ ਦੇ ਮਜ਼ਬੂਤ ਸਬੂਤ ਨੇ। ਅਮਰੀਕਾ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੇਣ ਦੀ ਸੰਭਾਵਨਾਵਾਂ ਦੇ ਵਿਚਕਾਰ ਲੱਖਾਂ ਖੁਰਾਕਾਂ ਦੀ ਸਪਲਾਈ ਦਾ ਆਦੇਸ਼ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਿਛਲੇ ਹਫ਼ਤੇ ਡਰੱਗ ਸਟੋਰਾਂ ਅਤੇ ਰਾਜਾਂ ਨੂੰ ਵੈਕਸੀਨ ਲਈ ਆਰਡਰ ਦੇਣ ਦੀ ਆਗਿਆ ਦਿੱਤੀ ਸੀ। ਵਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤੌਰ ਤੇ 50 ਲੱਖ ਖੁਰਾਕਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਅੱਧੀਆਂ ਖੁਰਾਕਾਂ ਦਾ ਨਿਰਮਾਣ ਫਾਈਜ਼ਰ ਦੁਆਰਾ ਕੀਤਾ ਜਾਏਗਾ ਤੇ ਬਾਕੀ ਸਪਲਾਈ ਮਾਡਰਨਾ ਦੁਆਰਾ ਕੀਤੀ ਜਾਏਗੀ। ਇਸ ਹਫ਼ਤੇ ਤੱਕ ਫਾਈਜ਼ਰ ਦੀਆਂ 25 ਲੱਖ ਉਪਲਬਧ ਖੁਰਾਕਾਂ ਵਿੱਚੋਂ 14.5 ਲੱਖ ਖੁਰਾਕਾਂ ਅਤੇ ਮਾਡਰਨਾ ਲਈ 8.5 ਲੱਖ ਖੁਰਾਕਾਂ ਲਈ ਆਰਡਰ ਦਿੱਤੇ ਗਏ। ਆਉਣ ਵਾਲੇ ਦਿਨਾਂ ਵਿੱਚ ਹੋਰ ਸਪਲਾਈ ਆਰਡਰ ਕੀਤੀ ਜਾਏਗੀ। ਸੰਯੁਕਤ ਰਾਜ ਵਿੱਚ ਬੱਚਿਆਂ ਨੂੰ ਛੱਡ ਕੇ ਸਾਰੇ ਉਮਰ ਸਮੂਹਾਂ ਲਈ ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜੇਕਰ ਸਰਕਾਰ ਇੱਕ ਜਾਂ ਦੋਵੇਂ ਖੁਰਾਕਾਂ ਦੀ ਆਗਿਆ ਦਿੰਦੀ ਹੈ ਤਾਂ ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 2 ਕਰੋੜ ਬੱਚੇ ਟੀਕਾਕਰਨ ਦੇ ਯੋਗ ਹੋਣਗੇ। ਇਹ ਅਜੇ ਸਪਸ਼ਟ ਨਹੀਂ ਹੈ ਕਿ ਬੱਚਿਆਂ ਨੂੰ ਇਹ ਖੁਰਾਕ ਕਦੋਂ ਦਿੱਤੀ ਜਾਏਗੀ। ਇੱਕ ਤਾਜ਼ਾ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ 5 ਵਿੱਚੋਂ ਕੇਵਲ 1 ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣਗੇ। ਵਾਈਟ ਹਾਊਸ ਕੋਵਿਡ-19 ਦੇ ਕੋਆਰਡੀਨੇਟਰ ਡਾਕਟਰ ਆਸ਼ੀਸ਼ ਝਾਅ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਟੀਕਾਕਰਨ 21 ਜੂਨ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ।
ਅਮਰੀਕਾ ਵਿੱਚ 6 ਜਨਵਰੀ 2021 ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਦੁਆਰਾ ਹਮਲੇ ਦੇ ਮਾਮਲੇ ਵਿੱਚ ਵੀਰਵਾਰ ਨੂੰ ਯੂਐਸ ਕੈਪੀਟਲ ਵਿੱਚ ਸੁਣਵਾਈ ਹੋਈ। ਇਸ ਨੂੰ 2020 ਦੀਆਂ ਚੋਣਾਂ ਵਿੱਚ ਟਰੰਪ ਦੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਸੀ। ਅਮਰੀਕੀ ਸੰਸਦ ਦੇ ਬਾਹਰ ਇਤਿਹਾਸਕ ਪ੍ਰਦਰਸ਼ਨ ਅਤੇ ਹਿੰਸਾ ਹੋਈ। ਟਰੰਪ ਦੀ ਧੀ ਇਵਾਂਕਾ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਆਪਣੀ ਗਵਾਹੀ ਵਿੱਚ ਚੋਣ ਧੋਖਾਧੜੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਸਿਲੈਕਟ ਕਮੇਟੀ ਨੇ 6 ਜਨਵਰੀ 2021 ਦੇ ਦੰਗਿਆਂ ਦੀ ਜਾਂਚ ਕੀਤੀ ਹੈ। ਸੁਣਵਾਈ ਦੌਰਾਨ ਉਸਨੇ ਗਵਾਹਾਂ ਨੂੰ ਹਮਲੇ ਵਿੱਚ ਸੈਂਕੜੇ ਦੰਗਾਕਾਰੀਆਂ ਦੀ ਗ੍ਰਾਫਿਕ ਫੁਟੇਜ ਵੀ ਦਿਖਾਈ। ਦੰਗਾਕਾਰੀ ਪੁਲਿਸ ਤੇ ਹਮਲਾ ਕਰਦੇ ਹੋਏ ਕੈਪੀਟਲ ਵਿੱਚ ਦਾਖਲ ਹੋਏ ਸਨ। ਕਮੇਟੀ ਇਸ ਮਾਮਲੇ ਵਿੱਚ ਹੁਣ ਤੱਕ 6 ਸੁਣਵਾਈਆਂ ਕਰ ਚੁੱਕੀ ਹੈ। ਉਸਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਸੰਵਿਧਾਨ ਦੀ ਉਲੰਘਣਾ ਕੀਤੀ ਅਤੇ ਗੈਰ ਕਾਨੂੰਨੀ ਢੰਗ ਨਾਲ ਸੱਤਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਵਾਂਕਾ ਨੇ ਆਪਣੀ ਗਵਾਹੀ ਵਿੱਚ ਕਿਹਾ, ਮੈਂ ਅਟਾਰਨੀ ਜਨਰਲ ਬਾਰ ਦਾ ਸਨਮਾਨ ਕਰਦੀ ਹਾਂ। ਮੈਂ ਸੁਣਿਆ ਹੈ ਕਿ ਉਹ ਕੀ ਕਹਿ ਰਿਹਾ ਸੀ, ਪਰ ਉਸਦੇ ਪਿਤਾ ਵਿਰੁੱਧ ਲਗਾਏ ਗਏ ਚੋਣ ਧਾਂਦਲੀ ਦੇ ਦਾਅਵੇ ਝੂਠੇ ਨੇ। ਸੁਣਵਾਈ ਦੌਰਾਨ ਇਵਾਂਕਾ ਟਰੰਪ ਅਤੇ ਉਹਨਾਂ ਦੇ ਪਤੀ ਜੈਰੇਡ ਕੁਸ਼ਨਰ, ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਉਹਨਾਂ ਦੇ ਚੀਫ ਆਫ ਸਟਾਫ ਅਟਾਰਨੀ ਜਨਰਲ ਵਿਲੀਅਮ ਬਾਰ, ਜਨਰਲ ਮਾਰਕ ਸਮੇਤ ਤਤਕਾਲੀ ਟਰੰਪ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਦੀਆਂ ਗਵਾਹੀਆਂ ਅਤੇ ਜਨਤਕ ਬਿਆਨਾਂ ਦੇ ਵੀਡੀਓ ਪੇਸ਼ ਕੀਤੇ ਗਏ ਸਨ। ਵੀਡੀਓ ਵਿੱਚ ਟਰੰਪ ਉਸ ਸਮੇਂ ਜੋ ਬਾਈਡਨ ਦੀ ਜਿੱਤ ਦੇ ਸਰਟੀਫਿਕੇਟ ਤੇ ਮੋਹਰ ਲਗਾ ਰਹੇ ਪੇਂਸ ਤੇ ਹਮਲੇ ਦੇ ਲਾਈਵ ਵੀ ਉਕਸਾਉਂਦੇ ਪ੍ਰਤੀਤ ਹੋ ਰਹੇ ਹਨ। ਮੰਕੀਪੌਕਸ ਦੀ ਲਾਗ ਵਿੱਚ ਵਾਧੇ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਨੇ ਬੁੱਧਵਾਰ ਨੂੰ ਇੱਕ ਸੰਬੋਧਨ ਵਿੱਚ ਪ੍ਰਭਾਵਿਤ ਦੇਸ਼ਾਂ ਨੂੰ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਸਾਰੇ ਮਾਮਲਿਆਂ ਤੇ ਸੰਪਰਕਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਵਿਸ਼ਵ ਸਿਹਤ ਸੰਗਠਨ ਸਮੇਤ ਦੁਨੀਆ ਭਰ ਦੀਆਂ ਪ੍ਰਮੁੱਖ ਸਿਹਤ ਸੰਸਥਾਵਾਂ ਨੇ ਮੰਕੀਪੌਕਸ ਦੇ ਵੱਧਦੇ ਮਾਮਲਿਆਂ ਤੇ ਚਿੰਤਾ ਪ੍ਰਗਟਾਈ ਹੈ। WHO ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਮੰਕੀਪੌਕਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਟੈਡਰੋਸ ਨੇ ਟਵੀਟ ਕੀਤਾ, 29 ਦੇਸ਼ਾਂ ਵਿੱਚ ਮੰਕੀਪੌਕਸ ਦੇ 1000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਜਿੱਥੇ ਬਿਮਾਰੀ ਸਥਾਨਕ ਨਹੀਂ ਹੈ। ਇਨ੍ਹਾਂ ਦੇਸ਼ਾਂ ਵਿੱਚ ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ। ਵਿਸ਼ਵ ਸਿਹਤ ਸੰਗਠਨ ਪ੍ਰਭਾਵਿਤ ਦੇਸ਼ਾਂ ਨੂੰ ਪ੍ਰਕੋਪ ਨੂੰ ਕੰਟਰੋਲ ਕਰਨ ਅਤੇ ਹੋਰ ਫੈਲਣ ਤੋਂ ਰੋਕਣ ਦੇ ਲਈ ਸਾਰੇ ਮਾਮਲਿਆਂ ਅਤੇ ਸੰਪਰਕਾਂ ਦੀ ਪਛਾਣ ਕਰਨ ਦੀ ਅਪੀਲ ਕਰਦਾ ਹੈ। ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਕਿਸੇ ਮੌਤ ਦੀ ਰਿਪੋਰਟ ਨਹੀਂ ਹੋਈ, ਪਰ ਗੈਰ ਮਹਾਮਾਰੂ ਦੇਸ਼ਾਂ ਵਿੱਚ ਮੰਕੀਪੌਕਸ ਸਥਾਪਿਤ ਹੋਣ ਦਾ ਖਤਰਾ ਅਸਲ ਹੈ। ਟੀਕਿਆਂ ਬਾਰੇ ਬੋਲਦਿਆਂ ਟੈਡਰੋਸ ਨੇ ਕਿਹਾ, ਮੰਕੀਪੌਕਸ ਲਈ ਐਂਟੀਵਾਇਰਲ ਤੇ ਟੀਕੇ ਮਨਜ਼ੂਰ ਨੇ, ਪਰ ਇਹ ਸੀਮਤ ਸਪਲਾਈ ਵਿੱਚ ਨੇ। ਉਹਨਾਂ ਨੇ ਅੱਗੇ ਕਿਹਾ ਕਿ WHO ਜਨਤਕ ਸਿਹਤ ਜ਼ਰੂਰਤਾਂ ਦੇ ਆਧਾਰ ਤੇ ਇੱਕ ਤਾਲਮੇਲ ਵਿਧੀ ਵਿਕਸਿਤ ਕਰਨ ਤੇ ਕੰਮ ਕਰ ਰਿਹਾ ਹੈ ਅਤੇ ਵੱਡੇ ਪੱਧਰ ਤੇ ਟੀਕਾਕਰਨ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਇਹ ਬਿਮਾਰੀ 29 ਦੇਸ਼ਾਂ ਵਿੱਚ ਫੈਲੀ ਹੈ। ਚੀਨ ਨੇ ਪੂਰਬੀ ਲਦਾਖ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਨੂੰ ਲੈ ਕੇ ਅਮਰੀਕੀ ਫੌਜ ਦੇ ਸਿਖਰਲੇ ਜਰਨੈਲ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਘਿਰਣਾਯੋਗ ਕਾਰਵਾਈ ਕਰਾਰ ਦਿੱਤਾ ਹੈ। ਚੀਨ ਨੇ ਕੁਝ ਅਮਰੀਕੀ ਅਧਿਕਾਰੀਆਂ ਵੱਲੋਂ ਅੱਗ ਵਿੱਚ ਘਿਓ ਪਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਨੁਕਤਾਚੀਨੀ ਕੀਤੀ। ਚੀਨ ਨੇ ਜ਼ੋਰ ਦੇ ਕੇ ਆਖਿਆ ਕਿ ਪੇਚਿੰਗ ਤੇ ਨਵੀਂ ਦਿੱਲੀ ਆਪਣੇ ਵਖਰੇਵਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੇ ਸਮਰੱਥ ਤੇ ਇੱਛਾ ਸ਼ਕਤੀ ਰੱਖਦੇ ਨੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜ਼ਿਆਨ ਇੱਥੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਕਾਬਿਲੇ ਗੌਰ ਹੈ ਕਿ ਭਾਰਤ ਦੌਰੇ ਤੇ ਆਏ ਅਮਰੀਕੀ ਫੌਜ ਦੀ ਪੈਸੀਫਿਕ ਕਮਾਂਡ ਦੇ ਜਨਰਲ ਚਾਰਲਸ ਏ ਫਿਨ ਨੇ ਪੂਰਬੀ ਲਦਾਖ ਵਿੱਚ ਚੀਨ ਵੱਲੋਂ ਕੀਤੀ ਜਾ ਰਹੀ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਹਵਾਲੇ ਨਾਲ ਹਾਲਾਤ ਨੂੰ ਚਿੰਤਾਜਨਕ ਦੱਸਿਆ ਸੀ। ਜ਼ਾਓ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਅੱਗ ਨੂੰ ਹਵਾ ਦੇਣ ਤੇ ਉਂਗਲ ਚੁੱਕਣ ਦਾ ਕੰਮ ਕਰ ਰਹੇ ਨੇ। ਇਹ ਘਿਰਣਾਯੋਗ ਕਾਰਵਾਈ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਖੇਤਰੀ ਅਮਨ ਤੇ ਸਥਿਰਤਾ ਲਈ ਵਧੇਰੇ ਯੋਗਦਾਨ ਪਾਉਣਗੇ। ਅਮਰੀਕੀ ਰਾਜ ਮੈਰੀਲੈਂਡ ਦੇ ਸਮਿਥਸਬਰਗ ਵਿੱਚ ਇੱਕ ਮਸ਼ੀਨ ਪਲਾਂਟ ਵਿੱਚ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਵਾਸ਼ਿੰਗਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਮੁਤਾਬਕ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 2:30 ਵਜੇ ਵਾਪਰੀ। CBS ਨਿਊਜ਼ ਦੇ ਅਨੁਸਾਰ ਸ਼ੱਕੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਬਾਅਦ ਵਿੱਚ ਸਥਾਨਕ ਪੁਲਿਸ ਨੇ ਉਸ ਨੂੰ ਟ੍ਰੇਸ ਕਰ ਲਿਆ। ਇਸ ਦੌਰਾਨ ਉਸ ਦੀ ਸੁਰੱਖਿਆ ਬਲ ਦੇ ਜਵਾਨ ਨਾਲ ਵੀ ਮੁੱਠਭੇੜ ਹੋਈ। ਉਸ ਦੀ ਗੱਡੀ ਵਿੱਚ ਇੱਕ ਅਰਧ ਆਟੋਮੈਟਿਕ ਪਿਸਤੌਲ ਬਰਾਮਦ ਹੋਈ ਹੈ। ਸ਼ੱਕੀ ਦੀ ਪਛਾਣ 23 ਸਾਲਾ ਮੁਲੇਨ ਡੌਰ ਵਜੋਂ ਹੋਈ ਹੈ ਜੋ ਕਿ ਪੱਛਮੀ ਵਰਜੀਨੀਆ ਦਾ ਰਹਿਣ ਵਾਲਾ ਹੈ, ਜੋ ਮੂਲ ਰੂਪ ਤੋਂ ਲਾਤੀਨੀ ਅਮਰੀਕਾ ਦਾ ਰਹਿਣ ਵਾਲਾ ਹੈ। ਉਹ ਵਰਤਮਾਨ ਵਿੱਚ ਕੋਲੰਬੀਆ ਮਸ਼ੀਨ ਨਾਮਕ ਇਸ ਨਿਰਮਾਣ ਪਲਾਂਟ ਵਿੱਚ ਕੰਮ ਕਰਦਾ ਸੀ। ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਉਸ ਦੇ ਖਿਲਾਫ ਦੋਸ਼ ਤੈਅ ਕੀਤੇ ਜਾਣੇ ਬਾਕੀ ਨੇ। ਉਹਨਾਂ ਨੇ ਅਜਿਹਾ ਕਿਸ ਮਕਸਦ ਲਈ ਕੀਤਾ, ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ। ਗੋਲੀਬਾਰੀ ਵਿੱਚ ਮਾਰੇ ਗਏ 3 ਲੋਕਾਂ ਦੀ ਪਛਾਣ ਚਾਰਲਸ ਐਡਵਰਡ ਮਿਨਿਕ ਜੂਨੀਅਰ, ਜਸ਼ੂਆ ਰੌਬਰਟ ਵੈਲੇਸ ਅਤੇ ਮਾਰਕ ਐਲਨ ਫਰੇ ਵਜੋਂ ਹੋਈ ਹੈ।
ਸਮਿਥਸਬਰਗ ਵਾਸ਼ਿੰਗਟਨ ਡੀਸੀ ਇਹ ਉੱਤਰ ਪੱਛਮ ਤੋਂ ਲਗਭਗ 110 ਕਿਲੋਮੀਟਰ ਦੂਰ ਹੈ। ਜਦੋਂ ਤੋਂ ਰੂਸ ਨੇ 24 ਫਰਵਰੀ ਨੂੰ ਯੂਕਰੇਨ ਤੇ ਆਪਣਾ ਹਮਲਾ ਕੀਤਾ ਹੈ, ਯੂਕਰੇਨੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ਤੇ 1100 ਤੋਂ ਜ਼ਿਆਦਾ ਹਮਲੇ ਕੀਤੇ ਨੇ। ਇੱਕ ਬਿਆਨ ਵਿੱਚ ਹਵਾਈ ਫੌਜ ਕਮਾਨ ਨੇ ਕਿਹਾ ਹੈ ਕਿ ਅੱਜ ਤੱਕ ਰੂਸੀ ਕਬਜ਼ੇ ਵਾਲੇ ਉਪਕਰਣਾਂ, ਮੋਰਚਿਆਂ, ਨਫਰਰੀ ਅਤੇ ਰਸਦ ਕੇਂਦਰਾਂ ਤੇ ਹਵਾਈ ਹਮਲੇ ਕੀਤੇ ਗਏ ਨੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਯੂਕਰੇਨੀ ਹਵਾਈ ਫੌਜ ਦੇ ਜਹਾਜ਼ ਨੇ ਰੂਸੀ ਫੌਜ ਖਿਲਾਫ ਮਿਜ਼ਾਈਲ ਅਤੇ ਬੰਬ ਹਮਲੇ ਕੀਤੇ, ਜਿਸ ਵਿੱਚ ਘੱਟ ਤੋਂ ਘੱਟ 10 ਬਖਤਰਬੰਦ ਵਾਹਨ ਨਸ਼ਟ ਹੋ ਗਏ ਅਤੇ ਲਗਭਗ 2 ਦਰਜਨ ਰੂਸੀ ਫੌਜੀ ਮਾਰੇ ਗਏ। ਇਸ ਤੋਂ ਇਲਾਵਾ ਹਵਾਈ ਫੌਜ ਦੀ ਐਂਟੀ 에ਅਰਕ੍ਰਾਫਟ ਮਿਜ਼ਾਈਲ ਇਕਾਈਆਂ ਨੇ 2 ਉਡਾਨ 10 ਮਨੁੱਖੀ ਰਹਿਤ ਹਵਾਈ ਵਾਹਨਾਂ ਨੂੰ ਮਾਰ ਸੁੱਟਿਆ ਤੇ 7 ਹੋਰ UAV ਨੂੰ ਫੌਜੀ ਬਲਾਂ ਦੀ ਹਵਾਈ ਰੱਖਿਆ ਨੇ ਨਸ਼ਟ ਕਰ ਦਿੱਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਹਮਲੇ ਵਿੱਚ ਜਹਾਜ਼ਾਂ ਨੇ ਲਗਭਗ 8 ਉਪਕਰਣ ਅਤੇ ਰੂਸੀ ਫੌਜ ਦਾ ਗੋਲਾ ਬਾਰੂਦ ਡਿਪੂ ਨਸ਼ਟ ਕਰ ਦਿੱਤਾ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਰੂਸ ਜੰਗ ਖਤਮ ਕਰਨ ਲਈ ਗੱਲਬਾਤ ਨੂੰ ਤਿਆਰ ਨਹੀਂ ਹੈ, ਕਿਉਂਕਿ ਉਹ ਹੁਣ ਖੁਦ ਨੂੰ ਤਾਕਤਵਰ ਸਮਝਦਾ ਹੈ। ਜ਼ੈਲੈਂਸਕੀ ਨੇ ਅਮਰੀਕਾ ਦੇ ਉਦਯੋਗਿਕ ਨੇਤਾਵਾਂ ਨੂੰ ਕਿਹਾ ਕਿ ਸਾਨੂੰ ਰੂਸ ਨੂੰ ਕਮਜ਼ੋਰ ਕਰਨਾ ਹੋਏਗਾ ਅਤੇ ਇਹ ਕੰਮ ਦੁਨੀਆ ਨੂੰ ਕਰਨਾ ਹੋਏਗਾ। ਜ਼ੈਲੈਂਸਕੀ ਨੇ ਕਿਹਾ ਕਿ ਯੂਕਰੇਨ ਜੰਗ ਦੇ ਮੈਦਾਨ ਵਿੱਚ ਆਪਣਾ ਕੰਮ ਕਰ ਰਿਹਾ ਹੈ। ਰੂਸ ਦੀ ਸਭ ਤੋਂ ਵੱਡੀ ਆਇਲ ਨਿਰਮਾਤਾ ਕੰਪਨੀ ਰੋਸਨੈਫਟ ਨੇ ਭਾਰਤ ਨੂੰ 2 ਸਰਕਾਰੀ ਤੇਲ ਕੰਪਨੀਆਂ ਨਾਲ ਕੱਚੇ ਤੇਲ ਦੀ ਡੀਲ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰੋਸਨੈਫਟ ਪਹਿਲਾਂ ਹੀ ਕੁਝ ਹੋਰ ਗਾਹਕਾਂ ਨਾਲ ਤੇਲ ਸਪਲਾਈ ਦੀ ਡੀਲ ਕਰ ਚੁੱਕਾ ਹੈ। ਇਸ ਤੋਂ ਬਾਅਦ ਉਸ ਕੋਲ ਭਾਰਤੀ ਕੰਪਨੀਆਂ ਦੇਣ ਲਈ ਤੇਲ ਨਹੀਂ ਬਚਿਆ। ਯੂਕਰੇਨ ਦੇ ਹਮਲੇ ਕਾਰਨ ਪੱਛਮੀ ਦੇਸ਼ਾਂ ਨੇ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਭਾਰਤੀ ਕੰਪਨੀਆਂ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਹਾਲਾਂਕਿ ਇਸ ਨਾਲ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਰੂਸ ਕਈ ਪਾਬੰਦੀਆਂ ਦੇ ਬਾਵਜੂਦ ਕਈ ਦੇਸ਼ਾਂ ਨੂੰ ਤੇਲ ਵੇਚ ਰਿਹਾ ਹੈ। ਰਿਪੋਰਟ ਮੁਤਾਬਕ ਰੂਸ ਨਾਲ ਡੀਲ ਨਾ ਹੋਣ ਤੇ ਭਾਰਤੀ ਕੰਪਨੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਪੌਟ ਮਾਰਕੀਟ ਤੋਂ ਮਹਿੰਗਾ ਤੇਲ ਖਰੀਦਣਾ ਪੈ ਸਕਦਾ ਹੈ। ਇਸ ਨਾਲ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਮੁੜ ਵੱਧ ਸਕਦੀਆਂ ਨੇ। ਭਾਰਤ ਦੀਆਂ ਸਰਕਾਰੀ ਕੰਪਨੀਆਂ ਭਾਰਤ ਪੈਟਰੋਲੀਅਮ ਕਾਰਪ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਛੋਟ ਦੀ ਪੇਸ਼ਕਸ਼ ਤੋਂ ਆਕਰਸ਼ਿਤ ਹੋ ਕੇ 6 ਮਹੀਨਿਆਂ ਦੇ ਸਪਲਾਈ ਸੌਦਿਆਂ ਲਈ ਇਸ ਸਾਲ ਦੀ ਸ਼ੁਰੂਆਤ ਵਿੱਚ ਰੋਸਨੈਫਟ ਨਾਲ ਗੱਲਬਾਤ ਸ਼ੁਰੂ ਕੀਤੀ ਸੀ। ਯੂਰਪੀ ਸੰਘ ਦੀ ਸਿਖਰਲੀ ਅਦਾਲਤ ਨੇ ਵੀਰਵਾਰ ਨੂੰ ਫੈਸਲਾ ਸੁਣਾਇਆ ਹੈ ਕਿ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਜਾਂ ਕਿਸੇ ਅਹੁਦੇ ਲਈ ਚੋਣ ਲੜਨ ਦਾ ਉਦੋਂ ਤੱਕ ਅਧਿਕਾਰ ਨਹੀਂ ਜਦੋਂ ਤੱਕ ਕਿ ਉਹਨਾਂ ਨੇ ਯੂਰਪੀ ਨਾਗਰਿਕਤਾ ਹਾਸਲ ਨਹੀਂ ਕੀਤੀ ਹੈ। ਇਹ ਫੈਸਲਾ ਬ੍ਰਿਟੇਨ ਦੇ ਉਹਨਾਂ ਨਾਗਰਿਕਾਂ ਦੇ ਅਧਿਕਾਰਾਂ ਦੇ ਸੰਬੰਧ ਵਿੱਚ ਇੱਕ ਮਿਸਾਲ ਕਾਇਮ ਕਰੇਗਾ ਜੋ 2 ਸਾਲ ਪਹਿਲਾਂ ਬ੍ਰਿਟੇਨ ਦੇ ਸਮੂਹ ਤੋਂ ਬਾਹਰ ਨਿਕਲਣ ਦੇ ਬਾਵਜੂਦ ਯੂਰਪੀ ਸੰਘ ਦੇ ਦੇਸ਼ਾਂ ਵਿੱਚ ਰਹਿ ਰਹੇ ਨੇ। ਯੂਰਪ ਵਿੱਚ ਬ੍ਰਿਟੇਨ ਦੇ 10 ਲੱਖ ਤੋਂ ਵੱਧ ਨਾਗਰਿਕ ਰਹਿ ਰਹੇ ਨੇ। ਕਈ ਲੋਕਾਂ ਨੇ ਜਨਵਰੀ 2020 ਵਿੱਚ ਬ੍ਰੈਕਸਿਟ ਦਾ ਵਿਰੋਧ ਕੀਤਾ ਸੀ। ਇਹ ਮਾਮਲਾ ਪਹਿਲੀ ਵਾਰ ਫਰਾਂਸ ਵਿੱਚ ਇੱਕ ਬ੍ਰਿਟਿਸ਼ ਔਰਤ ਵੱਲੋਂ ਦਾਇਰ ਕੀਤਾ ਗਿਆ ਸੀ ਜੋ ਉੱਥੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਸੀ। ਹਾਲਾਂਕਿ ਬ੍ਰੈਕਸਿਟ ਤੋਂ ਬਾਅਦ ਉਸ ਦਾ ਨਾਮ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹ ਮਾਰਚ 2020 ਵਿੱਚ ਸਥਾਨਕ ਚੋਣਾਂ ਵਿੱਚ ਵੋਟ ਨਹੀਂ ਪਾ ਸਕੀ ਸੀ। ਉਸਨੇ ਫਰਾਂਸ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਦੀ ਪਛਾਣ ਕੇਵਲ EP ਦੇ ਤੌਰ ਤੇ ਕੀਤੀ ਗਈ। ਉਸ ਦੀ ਦਲੀਲ ਸੀ ਕਿ ਉਹ ਯੂਰੋਪੀਅਨ ਯੂਨੀਅਨ ਵਿੱਚ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੀ ਹੈ ਅਤੇ ਇਸ ਦੇ ਨਾਲ ਹੀ ਉਹ ਬ੍ਰਿਟੇਨ ਵਿੱਚ ਵੀ ਇੱਕ ਨਿਯਮ ਕਾਰਨ ਵੋਟ ਨਹੀਂ ਪਾ ਸਕਦੀ। ਤੁਸੀਂ ਧਰਤੀ ਦਾ ਨਕਸ਼ਾ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ, ਪਰ ਕਦੇ ਚੰਨ ਦਾ ਪੂਰਾ ਨਕਸ਼ਾ ਦੇਖਿਆ ਹੈ? ਚੀਨ ਦੀ ਸਪੇਸ ਏਜੰਸੀ CSNA ਨੇ ਚੰਨ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ ਤਿਆਰ ਕੀਤਾ ਹੈ। ਇਸ ਨਕਸ਼ੇ ਵਿੱਚ ਚੰਨ ਦੇ ਸਾਰੇ ਕੇਟਰਸ ਅਤੇ ਆਕ੍ਰਿਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਹ ਵੀ ਉਹਨਾਂ ਦੀ ਸਹੀ ਲੋਕੇਸ਼ਨ ਦੇ ਨਾਲ। ਇਸ ਨਕਸ਼ੇ ਦੀ ਮਦਦ ਨਾਲ ਵਿਗਿਆਨੀ ਭਵਿੱਖ ਵਿੱਚ ਚੰਨ ਦਾ ਬਿਹਤਰ ਢੰਗ ਨਾਲ ਅਧਿਐਨ ਕਰ ਪਾਉਣਗੇ। ਚੰਨ ਤੇ ਜਾਣ ਵਾਲੇ ਪੁਲਾੜ ਯਾਤਰੀਆਂ, ਰੋਵਰਸ ਅਤੇ ਲੈਂਡਰਸ ਨੂੰ ਗੁਆਂਢੀ ਉਪਗ੍ਰਹਿ ਦੀ ਸਤਹ ਤੇ ਉਤਰਨ ਵਿੱਚ ਵੀ ਮਦਦ ਮਿਲੇਗੀ। ਇਸ ਤੋਂ ਪਹਿਲਾਂ ਅਮਰੀਕਾ ਦੇ ਭੂ ਵਿਗਿਆਨਕ ਸਰਵੇਖਣ ਦੇ ਐਸਟ੍ਰੋਲੋਜੀ ਸਾਇੰਸ ਸੈਂਟਰ ਨੇ ਸਾਲ 2020 ਵਿੱਚ ਚੰਦ ਦਾ ਨਕਸ਼ਾ ਬਣਾਇਆ ਸੀ। ਉਸ ਸਮੇਂ ਉਸ ਨਕਸ਼ੇ ਨੂੰ ਸਭ ਤੋਂ ਡਿਟੇਲਡ ਮੈਪ ਮੰਨਿਆ ਗਿਆ ਸੀ। ਇਸ ਕੰਮ ਵਿੱਚ ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਲੂਨਰ ਪਲੈਨੇਟਰੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਮਦਦ ਕੀਤੀ ਸੀ। ਸੁਪਰਸਟਾਰ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਮਾਮਲੇ ਵਿੱਚ ਬੰਬਈ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀ ਲਾਰੈਂਸ ਬਿਸ਼ਨੋਈ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਇਸ ਨਤੀਜੇ ਤੇ ਪਹੁੰਚੀ ਹੈ ਕਿ ਸਲਮਾਨ ਨੂੰ ਧਮਕੀ ਭਰੀ ਚਿੱਠੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜਾਰੀ ਕੀਤੀ ਗਈ ਸੀ। ਹਾਲਾਂਕਿ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੁਲਿਸ ਦੀ ਜਾਂਚ ਅਜੇ ਜਾਰੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਖੁਲਾਸੇ ਹੋ ਸਕਦੇ ਨੇ। ਬੰਬਈ ਪੁਲਿਸ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਸੀ ਜਿਸਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਜਾਰੀ ਕੀਤਾ ਸੀ। ਉਸਦੇ ਗਰੋਹ ਦੇ 3 ਲੋਕ ਜਲੌਰ ਤੋਂ ਬੰਬਈ ਚਿੱਠੀਆਂ ਸੁੱਟਣ ਆਏ ਸਨ। ਇਸ ਦੌਰਾਨ ਦੋਵੇਂ ਮੁਲਜ਼ਮਾਂ ਦੀ ਮੁਲਾਕਾਤ
ਸੌਰਵ ਮਹਾਕਾਲ ਨਾਲ ਹੋਈ। ਦੋਸ਼ੀ ਸੌਰਵ ਮਹਾਕਾਲ ਨੇ ਖੁਲਾਸਾ ਕੀਤਾ ਕਿ ਬਿਸ਼ਨੋਈ ਦੇ ਸਹਾਇਕ ਵਿਕਰਮ ਬਰਾੜ ਨੇ ਹੀ ਸਲੀਮ ਖਾਨ ਨੂੰ ਚਿੱਠੀ ਭੇਜੀ ਸੀ। ਇਸ ਮਾਮਲੇ ਵਿੱਚ ਬੰਬਈ ਪੁਲਿਸ ਨੇ ਅੱਗੇ ਕਿਹਾ ਕਿ ਸਲਮਾਨ ਖਾਨ ਧਮਕੀ ਪੱਤਰ ਮਾਮਲੇ ਵਿੱਚ ਅਪਰਾਧ ਸ਼ਾਖਾ ਨੇ ਪੱਤਰ ਭੇਜਣ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ। ਉਹਨਾਂ ਨਾਲ ਜੁੜੇ ਸੁਰਾਗ ਮਿਲ ਗਏ ਨੇ। ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਸ ਦੀ ਨਿਸ਼ਾਨਦੇਹੀ ਤੋਂ ਤੁਰੰਤ ਬਾਅਦ 6 ਟੀਮਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਗਿਆ। ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਨੇ ਇਸ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ। ਟਾਈਮਜ਼ ਦੀ ਰਿਪੋਰਟ ਮੁਤਾਬਕ ਜਦੋਂ ਸਲਮਾਨ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਤਰ੍ਹਾਂ ਦੇ ਸੰਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ। ਉਸਨੇ ਦੱਸਿਆ ਕਿ ਮੈਂ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦਾ ਹਾਂ ਕਿਉਂਕਿ ਉਦੋਂ ਉਸਨੇ ਮੈਨੂੰ ਧਮਕੀ ਦਿੱਤੀ ਸੀ। ਹਾਲਾਂਕਿ ਗੋਲਡੀ ਬਰਾੜ ਬਾਰੇ ਸਲਮਾਨ ਖਾਨ ਨੇ ਸਾਫ਼ ਕਿਹਾ ਕਿ ਉਹ ਉਹਨਾਂ ਨੂੰ ਨਹੀਂ ਜਾਣਦੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।